देखो, बराड़ एक अच्छा गायक है। उन्हें अपने किसाना वास्ते भी और हर वेले अपने सोशल सैक्शन विच भी अपने अच्छे गाने गाए ने। लेकिन ਇਹਦਾ मतलब ਇਹ नहीं है कि क्योंकि ਤੁਸੀਂ ਕਿਸਾਨਾਂ ਦੀ ਮਦਦ ਕਰੋ ਜਾਂ ਹੋਰ ਪੰਜਾਬ ਦੇ ਵਿੱਚ ਤੁਸੀਂ ਗੀਤ ਗਾਓ ਕਿ ਤੁਸੀਂ ਜਿਹੜੇ ਗੈਂਗਸਟਰਿਜ਼ਮ ਨੂੰ ਪ੍ਰਮੋਟ ਕਰਨ ਵਾਲੇ ਤੁਸੀਂ ਗਾਣੇ ਨੇ ਉਹ ਗਾਓ ਔਰ ਉੱਥੇ ਤੁਸੀਂ ਕਹੋ ਕਿ ਪਿਸਤੌਲਾਂ ਨਾਲ ਲੋਕਾਂ ਨੂੰ ਮਾਰੋ, ਫਲਾਣਾ ਕਰੋ, ਕੁੰਡਾ। ਦਿਸ ਇਜ਼ ਬ੍ਰੇਕਿੰਗ ਦ ਲਾਅ. And if the SSP has registered a case against him, that's the right thing that he did. And ਇਹੋ ਜਿਹੀ ਗੱਲ ਇਹਨੂੰ ਕਰਨੀ ਨਹੀਂ ਚਾਹੀਦੀ ਸੀ। ਔਰ ਮੈਂ ਆਸ ਕਰਦਾ ਕਿ in future nobody does this, because ਜੋ ਵੀ ਕਾਨੂੰਨ ਤੋੜੂਗਾ, ਜੋ ਗੈਂਗਸਟਰਿਜ਼ਮ ਜਾਂ ਇੱਥੇ ਕਿਸੇ ਕਿਸਮ ਦੀ ਵੀ ਹਰਕਤ ਕਰਾਉਣ ਵਾਸਤੇ ਕੋਈ ਐਸੇ ਕਦਮ ਚੱਕੂਗਾ, I will be very strict on them. I will not allow lawlessness to come in Punjab. We are sitting on the Pakistani border. They will provoke these people, and this is something that I will not permit. I will not allow the peace of Punjab to be broken. मैं पंजाब ਦੀ ਜਿਹੜੀ ਸ਼ਾਂਤੀ ਹੈ ਉਹ ਉਸ ਨੂੰ ਮੈਂ ਭੰਗ ਹੋਣ ਦੀ ਬਿਲਕੁਲ ਨਹੀਂ ਦੇਣੀ। ਸਰ, ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਲੀਡਰਸ ਦੇ ਘਰੇ ਕੁਝ ਫਾਰਮ ਲੀਡਰਸ ਵੜਨ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਤੇ 307 ਦਾ ਪਰਚਾ ਕੀਤਾ ਗਿਆ ਸਰ, ਅਟੈਂਪਟ ਟੂ ਮਰਡਰ। ਕੋਈ ਫਾਰਮ ਲੀਡਰਸ ਨਹੀਂ ਸੀ, ਦਲ ਖਾਲਸਾ ਵਾਲੇ ਸੀਗੇ। ਔਰ ਉਹ ਦਲ ਖਾਲਸਾ ਵਾਲੇ ਇੱਕ ਟਰਾਲੀ ਭਰ ਕੇ ਲਿਆਏ ਸੀ ਗੋਹੇ ਦੀ, ਔਰ ਉਹ ਸਿੱਟਣਾ ਚਾਹੁੰਦੇ ਸੀ ਉਹਦੇ। ਜਦੋਂ ਇਹ ਮੋੜਨ ਲੱਗੇ ਇਨਟੂ ਉਹਦੇ ਘਰ ਦੇ ਵਿੱਚ, ਉਹਨਾਂ ਦਾ ਚੌਕੀਦਾਰ ਹੋਣਾ ਜਾਂ ਕੋਈ ਬੰਦਾ ਹੋਣਾ, ਉਹ ਸਾਹਮਣੇ ਲਿਟ ਗਿਆ। ਔਰ ਜਦੋਂ ਲਿਟ ਗਿਆ ਉਹਦੇ ਉੱਪਰ ਚੜ੍ਹਾਈ ਤਾਂ ਨਹੀਂ, ਲੇਕਿਨ ਉਹਦੇ ਕੋਲ ਹੀ ਬਿਲਕੁਲ ਪਹੁੰਚ ਗਏ। ਔਰ FIR ਜਿਹੜੀ ਉਹਨੇ ਕੀਤੀ ਹੈ SHO ਨੇ, ਆਈ ਥਿੰਕ ਹੀ ਵੈਂਟ ਓਵਰਬੋਰਡ। ਉਹ ਜ਼ਿਆਦਾ ਉਹਨੇ ਜਾ ਕੇ ਅੱਗੇ ਉਹਦੇ 307 ਪਾਤੀ। ਅਸੀਂ SIT ਬਣਾਈ ਹੈ, ਉਹ 307 ਤਾਂ ਹਟਾਤੀ। लेकिन I am also, this was not right on the SHO's part, so I am going to have him shifted from there. These sort of things should not be done. See, this 307 means attempt to murder, and this is not a case of attempt to murder, so I think he should have been more selective in his charges. ਸਰ, ਕੁਝ ਚੈਨਲਸ ਵੱਲੋਂ ਜਿਹੜੇ ਦਿੱਲੀ ਦੇ ਵਿੱਚ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਕਿਸਾਨ ਬੈਠੇ ਉਹਨਾਂ ਨੂੰ ਟੈਰਰਿਸਟ ਕਿਹਾ ਜਾ ਰਿਹਾ, ਇਹਦੇ ਬਾਰੇ ਤੁਸੀਂ ਕੀ? ਉਹ ਤਾਂ ਇਹ ਜੇ ਲੋਕ ਕਰਦੇ ਨੇ, ਜਿਹੜੇ BJP ਦੇ ਅਖਬਾਰ ਵਾਲੇ ਨੇ, ਜਿਹੜੇ ਇਹਨਾਂ ਨੂੰ ਕਦੇ ਟੈਰਰਿਸਟ ਕਹਿ ਦਿੰਦੇ ਨੇ, ਕਦੇ ਨਕਸਲ ਕਹਿ ਦਿੰਦੇ ਨੇ, ਕਦੇ ਕੁਝ ਕਹਿ ਦਿੰਦੇ ਨੇ। ਸਿੱਧੇ ਸਾਦੇ ਵਿਚਾਰੇ ਕਿਸਾਨ ਨੇ, ਉਹਨਾਂ ਦੀ ਬੀਬੀਆਂ ਬੈਠੀਆਂ ਨੇ, ਉਹ ਆਪ ਬੈਠੇ ਨੇ। 55 ਤਾਂ ਮਰ ਗਏ ਉੱਥੇ। ਇਹ ਮੌਸਮ ਇੰਨੀ ਖਰਾਬ ਹੈ, ਉਹਨਾਂ ਦੀ ਰਜਾਈਆਂ ਭਿੱਜ ਗਈਆਂ, ਉਹਨਾਂ ਦੇ ਕੱਪੜੇ ਭਿੱਜ ਗਏ, ਉਹਨਾਂ ਦੇ ਤੰਬੂ ਭਿੱਜ ਗਏ। ਯੂ ਥਿੰਕ ਦੇ ਆਰ ਲਾਈਕਿੰਗ ਇਟ, ਬਟ ਉਹ ਔਰ ਇਹ ਕਿਸਾਨ ਆਪਣੇ ਵਾਸਤੇ ਨਹੀਂ ਕਰ ਰਹੇ। ਉਹਨਾਂ ਨੂੰ ਤਾਂ ਪਤਾ ਹੈ ਕਿ ਅਸੀਂ ਤਾਂ ਇਸ ਦੁਨੀਆ 'ਚ ਅਗਲੇ ਸਾਲ ਰਹਿਣੇ ਜਾਂ 2 ਸਾਲ ਰਹਿਣੇ, 3 ਸਾਲ ਆਪਣੇ ਬੱਚਿਆਂ ਵਾਸਤੇ, ਆਉਣ ਵਾਲੀ ਪੀੜ੍ਹੀਆਂ ਵਾਸਤੇ ਕਰ ਰਹੇ ਨੇ, ਔਰ ਉਹ ਆਪਣੀ ਜਾਨਾਂ ਦੇ ਰਹੇ ਨੇ ਉਹਦੇ ਵਾਸਤੇ। ਤਾਂ ਇਹ ਕਹਿਣਾ ਇਹਨਾਂ ਨੂੰ ਕਿ ਨਕਸਲ ਨੇ ਜਾਂ ਟਕਸ, ਇਹ ਤਾਂ ਇਰਰਿਸਪੋਂਸਿਬਲ ਰਿਪੋਰਟਿੰਗ ਹੈ। ਕਈ ਮਹੀਨਿਆਂ ਤੋਂ ਕਿਸਾਨ ਜਿਹੜੇ ਹੈ ਉਹ ਧਰਨਾ ਕਰ ਰਹੇ ਹਨ, ਪਹਿਲਾਂ ਪੰਜਾਬ 'ਚ ਕਰ ਰਹੇ ਸੀ, ਹੁਣ ਦਿੱਲੀ ਬਾਰਡਰ 'ਤੇ ਕਰ ਰਹੇ ਹਨ। ਇਹ ਜਿਹੜੇ ਕਿਸਾਨ ਆਗੂ ਨੇ, ਇਹਨਾਂ ਦੀ ਇਹ ਬਹੁਤ ਹੁਣ ਮੀਟਿੰਗਸ ਵੀ ਬਹੁਤ ਸਾਰੀਆਂ ਭਾਰਤ ਸਰਕਾਰ ਦੇ ਨਾਲ ਹੋ ਗਈਆਂ। ਇਹ ਕਿੱਥੇ ਤੁਹਾਨੂੰ ਗੱਲ ਖਤਮ ਕਿੱਥੇ ਹੁੰਦੀ ਦਿਖ ਰਹੀ ਹੈ? ਦੇਖੋ, ਗੱਲ ਤਾਂ ਕਦੇ ਖਤਮ ਹੋਊਗੀ, ਗੱਲ ਕਾਂਟ ਗੋ ਔਨ ਫੋਰ ਐਵਰ। ਗੱਲ ਤਾਂ ਮੁੱਕਣੀ ਪਊ, ਔਰ ਉਹ ਮੁਕਾਣੀ ਪਊਗੀ ਦ ਹੈਡ ਆਫ ਦ ਗਵਰਨਮੈਂਟ ਨੂੰ, ਦੈਟ ਇਜ਼ ਦ ਪ੍ਰਾਈਮ ਮਿਨਿਸਟਰ। अगर पंजाब कोई मसला है, मेरी जिम्मेवारी है एज चीफ मिनिस्टर। इट्स नेशनल मैटर है, इट इज़ गवर्नमेंट, इट इज़ प्राइम मिनिस्टर। प्राइम मिनिस्टर ने एक टीम बिठाई है 3 मिनिस्टर्स की, जो उन्होंने नाल गलबात कर रहे हैं। हुण अगे वधाओ, 6 मीटिंगां हो चुकियां ने, अगे वधाओ। एंड जब तुसीं जाणदे हो कि किसान सारे हिंदुस्तान दे आ रहे हैं, केरला तो भी तुरे आ रहे हैं उरे, मीनस इट इज़ अ वाइड स्प्रैड फीलिंग। ये सारे किते फैल गई है ये जिहड़ी फीलिंग है, और ਤੁਹਾਨੂੰ ਇਹ ਗੱਲ ਮੁਕਾਉਣੀ ਪਊਗੀ। ਅਸੀਂ ਆਪਣੀ ਤਰਫ ਤੋਂ ਤਾਂ ਅਸੀਂ ਕਿਹਾ ਹੋਇਆ ਹੈ, ਅਸੀਂ ਤੁਹਾਡੇ ਕਾਨੂੰਨਾਂ ਨੂੰ ਨਹੀਂ ਮੰਨਦੇ, ਅਸੀਂ ਰੱਦ ਕਰਤੇ ਆਪਣੇ ਅਸੈਂਬਲੀ 'ਚ, ਅਸੀਂ ਪਾਸ ਆਪਣੇ ਬਿੱਲ ਕਰ ਲਏ ਉੱਥੇ। ਲੇਕਿਨ ਗਵਰਨਮੈਂਟ ਆਫ ਇੰਡੀਆ ਨੂੰ ਵੀ ਸੋਚਣਾ ਚਾਹੀਦਾ था। ਇਟਸ ਨਾਟ ਓਨਲੀ ਪੰਜਾਬ। ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਉੱਤਰਾਖੰਡ, ਯੂ ਨੇਮ ਇਟ, ਕੇਰਲਾ ਤਾਈਂ ਤੋਂ ਲੋਕ ਉੱਥੇ ਕਿਸਾਨ ਆਏ ਹੋਏ ਨੇ। ਕੱਲ੍ਹ ਕੁਝ ਨਿਊਜ਼ਪੇਪਰਸ ਨੇ, ਰਿਪੋਰਟਸ ਨੇ ਸੁਜੈਸਟ ਕੀਤਾ ਕਿ ਭਾਰਤ ਭੂਸ਼ਣ ਆਸ਼ੂ ਜੀ ਦਾ ਇਹ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਲਾਅ ਜਿਹੜੇ ਸੈਂਟਰ ਨੇ ਪਾਸ ਕੀਤੇ ਉਹ ਇੰਪਲੀਮੈਂਟਡ ਹੈ। ਇਹ ਮੈਂ ਪੂਰੀ ਰਿਪੋਰਟ ਲਿੱਤੀ ਹੈ। ਆਈ ਹੈਵ ਗੋਟ ਅ ਫੁੱਲ ਰਿਪੋਰਟ ਫਰਮ ਆਲ ਸੋਰਸਿਸ, ਔਰ ਇਹਦੇ ਵਿੱਚ ਆਸ਼ੂ ਜੀ ਨੇ ਇਹ ਗੱਲ ਕਦੇ ਨਹੀਂ ਕਹੀ। ਇੱਕ ਅਖਬਾਰ ਨੇ ਚੱਕੀ ਹੈ, ਉਹ ਪਤਾ ਨਹੀਂ ਕਿਉਂ ਮਿਸਚਿਫ ਕਰਨਾ ਚਾਹੁੰਦਾ ਸੀ, ਅਖਬਾਰ ਉਹਨੇ ਚੱਕੀ ਹੈ, ਔਰ ਉਸ ਅਖਬਾਰ ਤੋਂ ਸਾਰਿਆਂ ਨੇ ਚੱਕ ਲਈ। ਮੈਂ ਸਮਝਦਾ ਕਿ ਇਹ ਦਿਸ ਇਜ਼ ਇਰਰਿਸਪੋਂਸਿਬਲ ਰਿਪੋਰਟਿੰਗ ਅਗੇਨ। ਅਖਬਾਰਾਂ ਨੂੰ ਜਦੋਂ ਇਹੋ ਜਿਹੇ ਸੈਂਸੀਟਿਵ ਇਸ਼ੂਜ਼ ਆਉਂਦੇ ਨੇ, ਆਪਣੇ ਆਪ ਉਹਨਾਂ ਨੂੰ ਦੇ ਸ਼ੁੱਡ ਗੋ ਐਂਡ ਆਪਣੇ ਆਪ ਪਤਾ ਕਰਨਾ ਚਾਹੀਦਾ ਆਪਣੇ ਬੰਦਿਆਂ ਤੋਂ ਕਿ ਸਹੀ ਹੈ ਜਾਂ ਨਹੀਂ ਸਹੀ। ਔਰ ਉਹ कैसे हो सकता है कि मिनिस्टर एक मेरा पहला स्टेट है पंजाब
ਜੀ ਨੇ ਇਹ ਸੈਂਟਰਲ ਲਾਜ਼ ਤੋਂ ਬਾਅਦ ਆਪਣਾ ਇਜਲਾਸ ਬਣਾਇਆ। ਉਹਦੇ ਵਿੱਚ ਅਸੀਂ ਆਪਣੇ ਬਿੱਲ ਪਾਸ ਕੀਤੇ, ਉਹਨਾਂ ਦੇ ਰੱਦ ਕੀਤੇ। ਔਰ ਆਸ਼ੂ ਜੀ ਵੀ ਮੇਰੇ ਮਿਨਿਸਟਰ ਉਹਦੇ ਵਿੱਚ ਉੱਥੇ ਹੀ ਬੈਠੇ। ਹਾਊ ਕੈਨ ਦ ਮਿਨਿਸਟਰ ਮੇਕ ਸਚ ਅ ਸਟੇਟਮੈਂਟ? ਇਹਦਾ ਮਿਸਚੀਵਸ ਸਟੇਟਮੈਂਟ ਹੈ, ਮਿਸਚੀਵਸ ਰਿਪੋਰਟਿੰਗ ਹੈ, ਐਂਡ ਦੈਟ ਮਿਸਚੀਵਸ ਰਿਪੋਰਟਿੰਗ ਅੱਜ ਫੈਲ ਗਈ। ਸਰ ਹੁਣ ਤੁਹਾਡੀ ਸਰਕਾਰ ਦਾ ਅਗਲਾ ਕਦਮ ਕੀ ਹੈ ਇਹਦੇ ਕਿਸਾਨੀ 'ਚ ਸਾਡੀ ਤਾਂ ਕਿਸਾਨੀ ਦਾ ਦੇਖੋ ਅਗਰੀਮੈਂਟ ਤਾਂ ਕਰਨੀ ਹੈ ਗਵਰਨਮੈਂਟ ਆਫ ਇੰਡੀਆ ਨੇ, ਲੇਕਿਨ ਮੇਰੀ 101% ਸਪੋਰਟ ਉਹਨਾਂ ਨਾਲ ਹੈ, ਕਿਸਾਨਾਂ ਨਾਲ, ਜਿਹੜੇ ਅੱਜ ਦੁਖੀ ਉਸ ਸਿਸਟਮ 'ਤੇ ਉੱਥੇ ਬੈਠੇ ਨੇ। ਔਰ ਅਸੀਂ ਕੀ ਕਰ ਸਕਦੇ ਹਾਂ? ਸਾਡੇ ਹੱਥ 'ਚ ਨਹੀਂ, ਇਹ ਤਾਂ ਉਹ ਦਿੱਲੀ ਸਰਕਾਰ ਦੇ ਉਹ ਦਿੱਲੀ ਬਾਰਡਰ 'ਤੇ ਬੈਠੇ ਨੇ, ਔਰ ਗਵਰਨਮੈਂਟ ਆਫ ਇੰਡੀਆ ਹੈਜ਼ ਟੂ ਡਿਸਾਈਡ। ਸਰਕਾਰਾਂ ਬਣਦੀਆਂ ਨੇ ਲੋਕਾਂ ਦੇ ਪਿਆਰ ਨਾਲ, ਐਂਡ 70% ਤਾਂ ਪੰਜਾਬ ਸਾਡਾ ਹਿੰਦੁਸਤਾਨ ਰਹਿੰਦਾ ਪਿੰਡਾਂ ਦੇ ਵਿੱਚ। ਅਗਰ ਉਹ ਲੋਕ ਅੱਜ ਚਾਹੁੰਦੇ ਨੇ ਕਿ ਇਹਦੇ 'ਚ ਉਹਨਾਂ ਨੂੰ ਬਿਲਕੁਲ ਕੋਈ ਸੈਟਿਸਫੈਕਸ਼ਨ ਨਹੀਂ ਹੈ ਕਾਨੂੰਨ ਦੇ ਵਿੱਚ, ਤਾਂ ਕਾਨੂੰਨ ਬਦਲ ਦਿਓ। ਕਿ ਤੁਸੀਂ ਕੌਨਸਟੀਟਿਊਸ਼ਨ ਦੇਖੋ, ਜਦ ਤੋਂ ਕੌਨਸਟੀਟਿਊਸ਼ਨ 1950 ਦੇ ਵਿੱਚ ਐਕਸੈਪਟ ਹੋਇਆ ਅੱਜ ਤੱਕ 100 ਵਾਰ ਤੋਂ ਉੱਪਰ ਅਮੈਂਡਮੈਂਟ ਹੋ ਗਿਆ। ਸੋ ਵਾਈ ਕਾਂਟ ਯੂ ਚੇਂਜ ਅ ਲਾਅ? ਅਗਰ ਉਹ ਕਹਿੰਦੇ ਨੇ ਕਿ ਇਹ ਕਾਨੂੰਨ ਤੁਸੀਂ ਰੱਦ ਕਰੋ, ਵਾਪਸ ਕਰੋ, ਤਾਂ ਵਾਪਸ ਕਰ ਦਿਓ। ਉਸ ਤੋਂ ਬਾਅਦ ਉਹਨਾਂ ਦੀ ਕਮੇਟੀ ਨਾਲ ਬਹਿ ਕੇ ਜਿਹੜਾ ਕੁਝ ਤੁਸੀਂ ਉਹ ਕਰਨਾ ਚਾਹੁੰਦੇ ਹੋ ਤੁਸੀਂ ਯੂ ਕੈਨ ਵਰਕ ਆਊਟ ਵਿਦ ਦਮ। ਲੇਕਿਨ ਵਨਸ ਐਂਡ ਫॉर ਆਲ ਸ਼ਾਂਤੀ ਲਿਆਉਣ ਵਾਸਤੇ, ਲੋਕਾਂ ਨੂੰ ਠੰਡ ਪਹੁੰਚਾਉਣ ਵਾਸਤੇ ਔਰ ਕਿਸਾਨੀ ਨੂੰ ਵਾਪਸ ਆਪਣੇ ਘਰਾਂ 'ਚ ਭੇਜਣ ਵਾਸਤੇ ਅਗਰ ਰਿਪੀਲ ਕਰਨਾ ਤਾਂ ਕਰੋ ਰਿਪੀਲ। ਸਰ ਜੇ ਅਮੈਂਡਮੈਂਟ ਨਹੀਂ ਹੁੰਦੀ ਸੁਪਰੀਮ ਕੋਰਟ? ਦੈਨ ਵੀ ਆਰ ਗੋਇੰਗ ਟੂ ਦ ਸੁਪਰੀਮ ਕੋਰਟ। ਅਸੀਂ ਸੁਪਰੀਮ ਕੋਰਟ ਜਾਵਾਂਗੇ ਹੀ, ਵੀ ਆਰ ਰੈਡੀ ਟੂ ਗੋ ਨਾਓ, ਔਰ ਅਸੀਂ ਮੂਵ ਕਰਾਂਗੇ ਸੁਪਰੀਮ। ਵੀ ਰਿਜੈਕਟ ਥੀਸ ਬਿਲਸ ਆਊਟਰਾਈਟ, ਐਂਡ ਅਸੀਂ ਆਪਣੇ ਬਿਲਸ ਪਾਸ ਕੀਤੇ ਨੇ। ਅਗਰ ਗਵਰਨਰ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਸਾਡੇ ਜਿਹੜੇ ਬਿਲਸ ਨੇ ਉਹ ਬਿੱਲਾਂ ਨੂੰ ਆਪਣੀ ਅੱਗੇ ਫਾਰਵਰਡ ਕਰਨ ਰਾਸ਼ਟਰਪਤੀ ਜੀ ਨੂੰ, ਤਾਂ ਕਿ ਰਾਸ਼ਟਰਪਤੀ ਜੀ ਫੈਸਲਾ ਕਰਨ, ਨਹੀਂ ਕੀਤੀ। ਅੱਜ ਵੀ ਰਾਜ ਭਵਨ ਦੇ ਵਿੱਚ ਪਏ ਨੇ, ਔਰ ਇਹ ਦੀਸ ਬਿਲ ਸ਼ੁਡ ਹੈਵ ਗੋਨ ਟੂ ਰਾਸ਼ਟਰਪਤੀ ਭਵਨ, ਔਰ ਉੱਥੇ ਰਾਸ਼ਟਰਪਤੀ ਜੀ ਨੂੰ ਦੇਖਣਾ ਚਾਹੀਦਾ ਸੀ, ਲੇਕਿਨ ਨਹੀਂ ਕੀਤੀ। ਤੈਰਫੋਰ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ, ਵੀ ਵਿਲ ਗੋ ਟੂ ਦ ਸੁਪਰੀਮ ਕੋਰਟ। ਸੋ ਜਿਹੜੇ ਸਾਡੇ ਕਿਸਾਨ ਬਾਰਿਸ਼ਾਂ ਦੇ ਵਿੱਚ ਉੱਥੇ ਉਹਨਾਂ ਦੇ ਟੈਂਟ ਗਿੱਲੇ ਹੋ ਗਏ, ਬਹੁਤ ਔਖੀ ਘੜੀ 'ਚ ਉੱਥੇ ਰਹਿ ਰਹੇ ਨੇ, ਉਹਨਾਂ ਵਾਸਤੇ ਤੁਹਾਡਾ ਕੀ ਸੁਨੇਹਾ ਹੈ? ਮੇਰਾ ਪਿਆਰ ਹੈ ਉਹਨਾਂ ਨਾਲ, ਮੇਰੀ ਪੂਰੀ ਹਮਦਰਦੀ ਉਹਨਾਂ ਨਾਲ ਹੈ। ਜੋ ਮੈਂ ਕਰ ਸਕਦਾ ਉਹਨਾਂ ਵਾਸਤੇ ਪੰਜਾਬ ਦੇ ਵਿੱਚ ਮੈਂ ਕਰਨ ਨੂੰ ਤਿਆਰ ਹਾਂ, ਔਰ ਮੈਂ ਕਰ ਹੀ ਰਿਹਾ। ਪਰ ਮੈਂ ਦਿੱਲੀ ਦੇ ਵਿੱਚ ਨਹੀਂ ਜਾ ਸਕਦਾ, ਨਾ ਹਰਿਆਣੇ ਦੇ ਵਿੱਚ ਮੈਂ ਜਾ ਸਕਦਾ। ਮੇਰੀ ਤਾਂ ਡਿਊਟੀ ਘੱਗਰ ਬਾਰਡਰ ਨਹੀਂ ਟੱਪਦੀ, ਅਸੀਂ ਉੱਧਰ ਦਾ ਹੋਰ ਸੂਬੇ ਆ ਜਾਂਦੇ ਨੇ। ਲੇਕਿਨ ਇੱਥੇ ਉਹਨਾਂ ਵਾਸਤੇ ਮੈਂ ਹੈਲਪਲਾਈਨਸ ਦੇ ਦਿੱਤੀਆਂ ਨੇ, ਬੋਟ ਪੁਲਿਸ ਦੀਆਂ, ਐਂਡ ਇੱਕ ਹੋਰ ਹੈਲਪਲਾਈਨ, ਕਿ ਜਦੋਂ ਵੀ ਕਿਸੇ ਨੂੰ ਕੋਈ ਤਕਲੀਫ ਹੋਏ ਆਪਣੇ ਪਿੰਡ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ, ਜਾਂ ਕੋਈ ਬਿਮਾਰ ਹੋ ਜੇ, ਉਹ ਹੈਲਪਲਾਈਨ 'ਤੇ ਤੁਸੀਂ ਕਰੋ। ਅਸੀਂ ਤੁਹਾਡੀ ਪੂਰੀ ਪੰਜਾਬ ਗਵਰਨਮੈਂਟ ਤੁਹਾਡੀ ਇੱਥੇ ਸਪੋਰਟ ਕਰੇਗੀ।